ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ। ਪਹਿਲਾਂ ਪੇਸ਼ ਨੇ ਚੁਣਵੀਆਂ ਖਬਰਾਂ। ਕਾਂਗਰਸ ਐਮਪੀ ਮਨੀਸ਼ ਤਿਵਾੜੀ ਨੇ ਅੰਦਰੂਨੀ ਸੁਰੱਖਿਆ ਬਾਰੇ ਆਪਣੀ ਹੀ ਪਾਰਟੀ ਤੇ ਚੁੱਕੇ ਸਵਾਲ। ਕਿਹਾ 26/11 ਹਮਲੇ ਮਗਰੋਂ ਉਦੋਂ ਦੀ ਸਰਕਾਰ ਨੇ ਨਹੀਂ ਕੀਤੀ ਸਖਤ ਕਾਰਵਾਈ। ਕੇਂਦਰੀ ਖਾਦ ਮੰਤਰੀ ਮਨਸੁਖ ਮਾਂਡਵੀਆ ਮੁਤਾਬਿਕ ਦੇਸ਼ ਵਿੱਚ ਕਿਤੇ ਵੀ ਖਾਦ ਦੀ ਕੋਈ ਘਾਟ ਨਹੀਂ। ਕੇਂਦਰੀ ਵਿੱਤ ਮੰਤਰਾਲਾ ਨੇ ਟੈਕਸ ਵੰਡ ਦੀ ਕਿਸ਼ਤ ਵਜੋਂ ਪੰਜਾਬ ਨੂੰ ਜਾਰੀ ਕੀਤੀ 1718 ਕਰੋੜ ਰੁਪਏ ਤੋਂ ਵੱਧ ਦੀ ਰਕਮ। ਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਅੰਦੋਲਨ ਖਤਮ ਕਰਕੇ ਘਰ ਪਰਤਣ ਦੀ ਕੀਤੀ ਅਪੀਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਕਾਂਗਰਸ ਦੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਆਪਣੀ ਲਿਖੀ ਕਿਤਾਬ 10 ਫਲੈਸ਼ ਪੁਆਇੰਟਸ 20 ਵਰੀ ਵਿੱਚ ਅੰਦਰੂਨੀ ਸੁਰੱਖਿਆ ਬਾਰੇ ਆਪਣੀ ਹੀ ਪਾਰਟੀ ਤੇ ਸਵਾਲ ਚੁੱਕੇ ਨੇ। ਉਨ੍ਹਾਂ 26/11 ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਹਮਲੇ ਮਗਰੋਂ ਉਦੋਂ ਦੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਕੋਈ ਸਖਤ ਕਾਰਵਾਈ ਨਹੀਂ ਕੀਤੀ। ਮਨੀਸ਼ ਤਿਵਾੜੀ ਮੁਤਾਬਿਕ 26/11 ਦੇ ਹਮਲੇ ਮਗਰੋਂ ਸ਼ਬਦਾਂ ਨਾਲੋਂ ਵਧੇਰੇ ਸਖਤ ਕਾਰਵਾਈ ਦੀ ਲੋੜ ਸੀ ਅਤੇ ਕਾਰਵਾਈ ਨਾ ਕਰਨਾ ਕਮਜ਼ੋਰੀ ਦੀ ਨਿਸ਼ਾਨੀ ਹੈ। ਇਹ ਕਿਤਾਬ ਛੇਤੀ ਹੀ ਮਾਰਕੀਟ ਵਿੱਚ ਆਉਣ ਵਾਲੀ ਹੈ। ਮਨੀਸ਼ ਤਿਵਾੜੀ ਨੇ ਮੁੰਬਈ ਹਮਲੇ ਦੀ ਤੁਲਨਾ ਅਮਰੀਕਾ ਦੇ 9/11 ਨਾਲ ਕੀਤੀ ਅਤੇ ਕਿਹਾ ਕਿ ਇੱਕ ਅਜਿਹਾ ਸਮਾਂ ਸੀ ਜਦੋਂ ਗੱਲਬਾਤ ਨਹੀਂ ਬਲਕਿ ਜਵਾਬੀ ਕਾਰਵਾਈ ਦੀ ਲੋੜ ਸੀ। ਉਨ੍ਹਾਂ ਕਿਹਾ ਕਿ 26 ਨਵੰਬਰ 2008 ਭਾਰਤ ਦੇ ਇਤਿਹਾਸ ਦਾ ਇੱਕ ਕਾਲਾ ਦਿਨ ਸੀ ਜਦੋਂ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਤੇ ਅੱਤਵਾਦੀ ਹਮਲਾ ਹੋਇਆ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਪਾਰਟੀ ਨੂੰ ਆਪਣੇ ਕਾਰਜਕਾਲ ਦੌਰਾਨ ਦੇਸ਼ ਦੀ ਅਖੰਡਤਾ ਤੇ ਸੁਰੱਖਿਆ ਦੀ ਕੋਈ ਫਿਕਰ ਨਹੀਂ ਸੀ। ਮਨੀਸ਼ ਤਿਵਾੜੀ ਦੀ ਨਵੀਂ ਕਿਤਾਬ ਦਾ ਜ਼ਿਕਰ ਕਰਦਿਆਂ ਪਾਰਟੀ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਕਿਹਾ ਕਿ ਮਨੀਸ਼ ਤਿਵਾੜੀ ਨੇ ਇਸ ਕਿਤਾਬ ਵਿੱਚ ਇਹ ਮੰਨਿਆ ਹੈ ਕਿ ਕਾਂਗਰਸ ਸਰਕਾਰ ਨੇ ਕੌਮੀ ਸੁਰੱਖਿਆ ਨੂੰ ਦਾਅ ਤੇ ਲਾਇਆ ਸੀ। ਉਨ੍ਹਾਂ ਕਿਹਾ ਕਿ ਇਸ ਨੂੰ ਕਾਂਗਰਸ ਪਾਰਟੀ ਦੀ ਨਾਕਾਮੀ ਸਵੀਕਾਰ ਕਰਨਾ ਕਹਿਣਾ ਸਹੀ ਹੋਵੇਗਾ। ਉਨ੍ਹਾਂ ਕਾਂਗਰਸ ਆਗੂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਤੋਂ ਇਸ ਮਸਲੇ ਤੇ ਆਪਣੀ ਚੁੱਪੀ ਤੋੜਨ ਲਈ ਕਿਹਾ। ਗੌਰਵ ਭਾਟੀਆ ਨੇ ਸਵਾਲ ਕੀਤਾ ਕਿ ਉਸ ਘਟਨਾ ਵੇਲੇ ਸੁਰੱਖਿਆ ਦਸਤਿਆਂ ਨੂੰ ਜਵਾਬੀ ਕਾਰਵਾਈ ਕਰਨ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਗਈ। ਰਸਾਇਣ ਤੇ ਖਾਦ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਦੇਸ਼ ਵਿੱਚ ਖਾਦ ਦੀ ਭਰਪੂਰ ਉਪਲਬਧਤਾ ਹੈ। ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਡੀਏਪੀ ਅਤੇ ਯੂਰੀਆ ਖਾਦ ਦੀ ਕਿਤੇ ਵੀ ਕੋਈ ਘਾਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਖਾਦ ਦੀ ਉਪਲਬਧਤਾ ਬਾਰੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੇਤੀ ਮੰਤਰੀਆਂ ਨਾਲ ਇੱਕ ਮੀਟਿੰਗ ਹੋਈ ਸੀ। ਉਨ੍ਹਾਂ ਵੱਧ ਉਪਜਾਊ ਅਤੇ ਮਿੱਟੀ ਦੀ ਗੁਣਵੱਤਾ ਬਣਾਏ ਰੱਖਣ ਬਾਰੇ ਨੈਨੋ ਯੂਰੀਆ ਵਰਗੀਆਂ ਬਦਲਵੀਆਂ ਖਾਦਾਂ ਦੀ ਵਰਤੋਂ ਦੀ ਅਪੀਲ ਕੀਤੀ ਹੈ। आज़ादी का अमृत महोत्सव ਨੂੰ ਸਮਰਪਿਤ ਆਜ਼ਾਦੀ का ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਵਿਸ਼ਵ ਪ੍ਰਸਿੱਧ ਭਾਰਤੀ ਵਿਗਿਆਨੀ ਜਗਦੀਸ਼ ਚੰਦਰ ਬੋਸ ਅਤੇ ਲੇਖਕ ਪੱਤਰਕਾਰ ਤੇ ਸੰਸਕ੍ਰਿਤੀ ਕਾਰਜਕਰਤਾ ਪਿਆਰੀ ਚੰਦ ਮਿੱਤਰਾ ਬਾਰੇ ਜਾਣਕਾਰੀ ਦੇ ਰਹੇ ਹਾਂ। ਪੇਸ਼ ਹੈ ਇੱਕ ਰਿਪੋਰਟ। ਅੱਜ ਅਸੀਂ ਵਿਸ਼ਵ ਪੱਧਰ ਤੇ ਪ੍ਰਸਿੱਧ ਭਾਰਤੀ ਵਿਗਿਆਨੀ ਜਗਦੀਸ਼ ਚੰਦਰ ਬੋਸ ਦੀ ਬਰਸੀ ਤੇ ਉਹਨਾਂ ਨੂੰ ਯਾਦ ਕਰ ਰਹੇ ਹਾਂ। ਉਹਨਾਂ ਦੀ ਮੌਤ 23 ਨਵੰਬਰ 1937 ਨੂੰ ਹੋਈ ਸੀ। ਬੋਸ ਨੇ ਪਲਾਂਟ ਫਿਜ਼ੀਓਲੋਜੀ, ਰੇਡੀਓ ਟੈਕਨੋਲੋਜੀ ਅਤੇ ਕੁਦਰਤੀ ਦੁਨੀਆ ਵਿੱਚ ਸਾਡੀ ਆਧੁਨਿਕ ਸਮਝ ਅਤੇ ਕਈ ਹੋਰ ਵਿਗਿਆਨੀ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਬੋਸ ਦੀ ਵਿਲੱਖਣ ਵਿਗਿਆਨੀ ਖੋਜਾਂ ਨੇ ਆਧੁਨਿਕ ਭਾਰਤ ਦੇ ਨਿਰਮਾਣ ਲਈ ਪ੍ਰੇਰਿਤ ਕੀਤਾ। ਨਾਲ ਹੀ ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਲੜਾਈ ਵਿੱਚ ਭਾਰਤੀਆਂ ਨੂੰ ਮਜ਼ਬੂਤ ਪਛਾਣ ਦੇ ਨਾਲ ਪ੍ਰੇਰਿਤ ਕੀਤਾ। ਜਗਦੀਸ਼ ਚੰਦਰ ਬੋਸ ਦਾ ਜਨਮ 3 ਨਵੰਬਰ 1858 ਨੂੰ ਮੁੰਸ਼ੀਗੰਜ, ਬੰਗਾਲ ਪ੍ਰੈਜ਼ੀਡੈਂਸੀ ਵਿੱਚ ਹੋਇਆ, ਜੋ ਹੁਣ ਬੰਗਲਾਦੇਸ਼ ਵਿੱਚ ਹੈ। ਉਨ੍ਹਾਂ ਦੇ ਪਿਤਾ ਭਗਵਾਨ ਚੰਦਰ ਬੋਸ ਇੱਕ ਸਿਵਲ ਅਧਿਕਾਰੀ ਸਨ। ਉਹ ਹਿੰਦੂ ਸੁਧਾਰ ਅੰਦੋਲਨਾਂ ਵਿੱਚ ਸਰਗਰਮ ਸਨ। ਬੋਸ ਦਾ ਪਾਲਣ ਪੋਸ਼ਣ ਭਾਰਤੀ ਪਰੰਪਰਾਵਾਂ ਤੇ ਸੰਸਕ੍ਰਿਤੀ ਦੇ ਪ੍ਰਤੀ ਸਮਰਪਿਤ ਪਰਿਵਾਰ ਵਿੱਚ ਹੋਇਆ। ਬੋਸ ਦੇ ਪਿਤਾ ਨੇ ਉਨ੍ਹਾਂ ਨੂੰ ਮਹਿੰਗੀ ਅੰਗਰੇਜ਼ੀ ਭਾਸ਼ਾ ਦੇ ਸਕੂਲ ਵਿੱਚ ਭੇਜਣ ਦੀ ਬਜਾਏ ਇੱਕ ਸਥਾਨਕ ਭਾਸ਼ਾ ਕੇਂਦਰੀ ਸਕੂਲ ਵਿੱਚ ਭਰਤੀ ਕਰਵਾਇਆ ਤਾਂ ਕਿ ਉਹ ਆਪਣੀ ਬੰਗਲਾ ਭਾਸ਼ਾ ਸਿੱਖ ਸਕਣ ਤੇ ਵਿਭਿੰਨ ਪ੍ਰਕਾਰ ਦੇ ਲੋਕਾਂ ਨੂੰ ਜਾਣ ਤੇ ਸਮਝ ਸਕਣ। ਆਰੰਭਿਕ ਜੀਵਨ ਦੇ ਇਸ ਅਨੁਭਵ ਅਤੇ ਵਿਭਿੰਨ ਲੋਕਾਂ ਦੇ ਨਾਲ ਸੰਪਰਕ ਦਾ ਪ੍ਰਭਾਵ ਜੀਵਨ ਭਰ ਬੋਸ ਤੇ ਰਿਹਾ ਤੇ ਇਹ ਉਨ੍ਹਾਂ ਦੇ ਕੰਮ ਅਤੇ ਜੀਵਨ ਪ੍ਰਤੀ ਉਨ੍ਹਾਂ ਦੇ ਦ੍ਰਿਸ਼ਟੀਕੋਣ ਵਿੱਚ ਦਿਖਾਈ ਦਿੰਦਾ ਹੈ।
ਬੌਸ ਦੇ ਪਿਤਾ ਨੇ ਭਾਰਤੀ ਸਿਵਲ ਸੇਵਾ ਵਿੱਚ ਸ਼ਾਮਲ ਹੋਣ ਦੀ ਉਹਨਾਂ ਦੀ ਇੱਛਾ ਨੂੰ ਨਹੀਂ ਮੰਨਿਆ ਤੇ ਇਸ ਦੀ ਬਜਾਏ ਉਹਨਾਂ ਨੂੰ ਲੰਡਨ ਵਿਸ਼ਵ ਵਿਦਿਆਲਿਆ ਵਿੱਚ ਚਿਕਿਤਸਾ ਦਾ ਅਧਿਐਨ ਕਰਨ ਦੇ ਲਈ ਇੰਗਲੈਂਡ ਭੇਜ ਦਿੱਤਾ। ਹਾਲਾਂਕਿ ਵਾਰ-ਵਾਰ ਬਿਮਾਰ ਹੋਣ ਕਾਰਨ ਉਹ ਆਪਣੀ ਚਿਕਿਤਸਾ ਦੀ ਪੜ੍ਹਾਈ ਪੂਰੀ ਨਾ ਕਰ ਸਕੇ ਅਤੇ ਉਹਨਾਂ ਨੇ ਇਸ ਨੂੰ ਛੱਡ ਕੇ ਕੁਦਰਤੀ ਵਿਗਿਆਨ ਅਤੇ ਭੌਤਿਕੀ ਵਿੱਚ ਉੱਚ ਸਿੱਖਿਆ ਪ੍ਰਾਪਤ ਕੀਤੀ। ਭਾਰਤ ਪਰਤਣ ਤੋਂ ਬਾਅਦ ਬੌਸ ਨੇ ਪ੍ਰੈਜ਼ੀਡੈਂਸੀ ਕਾਲਜ ਦੇ ਵਿੱਚ ਭੌਤਿਕੀ ਦੇ ਪ੍ਰੋਫੈਸਰ ਦੇ ਰੂਪ ਵਿੱਚ ਸੇਵਾਵਾਂ ਦਿੱਤੀਆਂ। ਬ੍ਰਿਟਿਸ਼ ਪ੍ਰਸ਼ਾਸਨ ਦੁਆਰਾ ਨਸਲੀ ਭੇਦਭਾਵ ਦੇ ਬਾਵਜੂਦ ਉਹਨਾਂ ਨੇ ਰਿਮੋਟ ਵਾਇਰਲੈਸ ਸਿੰਗਲਿੰਗ ਦੇ ਆਪਣੀ ਖੋਜ ਵਿੱਚ ਵਰਣਨਯੋਗ ਤਰੱਕੀ ਕੀਤੀ। ਹਾਲਾਂਕਿ ਬੌਸ ਨੇ ਇਸ ਖੋਜ ਨਾਲ ਵਪਾਰਕ ਲਾਭ ਹਾਸਲ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਆਪਣੀਆਂ ਖੋਜਾਂ ਨੂੰ ਜਨਤਕ ਕੀਤਾ ਤਾਂ ਕਿ ਹੋਰ ਲੋਕਾਂ ਨੂੰ ਵੀ ਆਪਣੀਆਂ ਖੋਜਾਂ ਨੂੰ ਵਿਕਸਿਤ ਕਰਨ ਵਿੱਚ ਮਦਦ ਮਿਲ ਸਕੇ। ਬੌਸ ਨੇ ਪਲਾਂਟ ਫਿਜ਼ੀਓਲੋਜੀ ਲਈ ਕਈ ਖੋਜਾਂ ਕੀਤੀਆਂ ਤੇ ਆਪਣੀ ਇੱਕ ਖੋਜ ਕ੍ਰੈਸਕੋਗ੍ਰਾਫ ਦੀ ਵਰਤੋਂ ਵੱਖ-ਵੱਖ ਕਿਰਿਆਵਾਂ ਲਈ ਪੌਦਿਆਂ ਦੀ ਪ੍ਰਤੀਕਿਰਿਆ ਮਾਪਣ ਲਈ ਕੀਤੀ ਤੇ ਇਸ ਤਰ੍ਹਾਂ ਵਿਗਿਆਨਿਕ ਰੂਪ ਵਿੱਚ ਜਾਨਵਰਾਂ ਤੇ ਪੌਦਿਆਂ ਵਿਚਾਲੇ ਸਮਾਨਤਾ ਸਾਬਤ ਹੋਈ। ਆਪਣੀ ਖੋਜ ਨੂੰ ਸਹੂਲਤਯੋਗ ਬਣਾਉਣ ਲਈ ਉਹਨਾਂ ਨੇ ਬੇਹੱਦ ਮਾਮੂਲੀ ਸੰਚਾਰ ਨੂੰ ਦਰਜ ਕਰਨ ਵਿੱਚ ਸੰਪੂਰਨ ਸਵੈਚਾਲਿਤ ਰਿਕਾਰਡ ਦਾ ਨਿਰਮਾਣ ਕੀਤਾ। ਇਨ੍ਹਾਂ ਉਪਕਰਨਾਂ ਨੇ ਕੁਝ ਹੈਰਾਨੀਜਨਕ ਪਰਿਣਾਮ ਦਿੱਤੇ, ਜਿਵੇਂ ਕਿ ਜ਼ਖਮੀ ਪੌਦਿਆਂ ਦਾ ਕੰਬਣਾ, ਜਿਸ ਨੂੰ ਬੌਸ ਨੇ ਪੌਦਿਆਂ ਵਿੱਚ ਮਹਿਸੂਸ ਕਰਨ ਦੀ ਸ਼ਕਤੀ ਦੇ ਰੂਪ ਵਿੱਚ ਰੂਪਮਾਨ ਕੀਤਾ। 1917 ਵਿੱਚ ਉਹਨਾਂ ਨੇ ਭਾਰਤ ਦੇ ਇੱਕ ਪ੍ਰਮੁੱਖ ਅਤੇ ਸਭ ਤੋਂ ਪੁਰਾਣੀ ਖੋਜ ਸੰਸਥਾ ਵਿੱਚੋਂ ਇੱਕ ਬੌਸ ਸੰਸਥਾ ਦੀ ਸਥਾਪਨਾ ਕੀਤੀ। ਰਵਿੰਦਰਨਾਥ ਟੈਗੋਰ ਨੇ ਜਗਦੀਸ਼ ਚੰਦਰ ਬੌਸ ਦੀ ਪ੍ਰਸ਼ੰਸਾ ਵਿੱਚ ਕਿਹਾ ਸੀ ਕਿ ਪੱਛਮ ਵਿੱਚ ਵਿਗਿਆਨ ਦੇ ਮੰਦਰ ਤੋਂ ਸਿੰਧੂ ਦੇ ਉਸ ਪਾਰੋਂ ਹੇ ਮੇਰੇ ਦੋਸਤ ਆਪ ਜਿੱਤ ਦੀ ਮਾਲਾ ਲਿਆਇਓ। ਬੌਸ ਦੇ ਸਨਮਾਨ ਵਿੱਚ ਚੰਦਰਮਾ ਤੇ ਇੱਕ ਕਰੈਕਟਰ ਦਾ ਨਾਂ ਉਹਨਾਂ ਦੇ ਨਾਂ ਤੇ ਰੱਖਿਆ ਗਿਆ ਹੈ। ਅਸੀਂ ਇਸ ਮਹਾਨ ਵਿਦਵਾਨ ਨੂੰ ਸਲਾਮ ਕਰਦੇ ਹਾਂ। ਅੱਜ ਅਸੀਂ ਲੇਖਕ, ਪੱਤਰਕਾਰ ਤੇ ਸੰਸਕ੍ਰਿਤੀ ਕਾਰਜਕਰਤਾ ਪਿਆਰੀ ਚੰਦ ਮਿੱਤਰਾ ਨੂੰ ਵੀ ਯਾਦ ਕਰਦੇ ਹਾਂ, ਜੋ 23 ਨਵੰਬਰ 1883 ਨੂੰ ਸਾਨੂੰ ਛੱਡ ਕੇ ਚਲੇ ਗਏ। ਮਿੱਤਰਾ ਨੂੰ ਪੱਤਰਕਾਰਤਾ ਤੇ ਬੰਗਾਲ ਸਾਹਿਤ ਦੇ ਵਿਕਾਸ ਵਿੱਚ ਉਹਨਾਂ ਦੇ ਯੋਗਦਾਨ ਲਈ ਜਾਣਿਆ ਜਾਂਦਾ ਹੈ। ਮਿੱਤਰਾ ਹੈਨਰੀ ਡੈਰਜੀਓ ਯੰਗ ਬੰਗਾਲ ਸਮੂਹ ਦੇ ਮੈਂਬਰ ਸਨ, ਜਿਨ੍ਹਾਂ ਨੇ ਸਰਲ ਬੰਗਲਾ ਗੱਦ ਦੀ ਸ਼ੁਰੂਆਤ ਦੇ ਨਾਲ ਬੰਗਾਲ ਪੁਨਰ ਜਾਗਰਣ ਵਿੱਚ ਮੋਹਰੀ ਭੂਮਿਕਾ ਨਿਭਾਈ। ਉਹ ਵਿਭਿੰਨ ਸਮਾਜਿਕ ਪਹਿਲੂਆਂ ਨਾਲ ਜੁੜੇ ਸਨ ਅਤੇ ਕੋਲਕਾਤਾ ਵਿਸ਼ਵ ਵਿਦਿਆਲਿਆ, ਸੈਨਿਕ, ਬੇਥਵੇਨ ਸੁਸਾਇਟੀ ਅਤੇ ਬ੍ਰਿਟਿਸ਼ ਇੰਡੀਆ ਐਸੋਸੀਏਸ਼ਨ ਦੇ ਮੈਂਬਰ ਸਨ। ਉਹਨਾਂ ਨੇ ਦੇਸ਼ ਵਿੱਚ ਖੇਤੀ ਦੇ ਵਿਕਾਸ ਦੀ ਦਿਸ਼ਾ ਵਿੱਚ ਵੀ ਕੰਮ ਕੀਤਾ ਤੇ ਟੈਕਸ ਸੰਗ੍ਰਹਿ ਦੀ ਠੇਕੇਦਾਰੀ ਵਿਵਸਥਾ, ਸਥਾਈ ਬੰਦੋਬਸਤ ਦੀ ਆਲੋਚਨਾ ਕੀਤੀ। ਉਹਨਾਂ ਨੇ ਖੇਤੀ ਬਾਰੇ ਪੁਸਤਕਾਂ ਦੇ ਅੰਗਰੇਜ਼ੀ ਤੋਂ ਬੰਗਲਾ ਵਿੱਚ ਅਨੁਵਾਦ ਦੇ ਲਈ ਇੱਕ ਸੰਗਠਨ ਦੀ ਵੀ ਸਥਾਪਨਾ ਕੀਤੀ। 1857 ਵਿੱਚ ਮਿੱਤਰਾ ਨੇ ਰਾਗਨਾਥ ਸਿਕੰਦਰ ਨਾਲ ਮਿਲ ਕੇ ਇੱਕ ਛੋਟੀ ਪੱਤਰਿਕਾ ਮਾਸਿਕ ਸ਼ੁਰੂ ਕੀਤੀ, ਜਿਸ ਵਿੱਚ ਸੌਖੀ ਬੰਗਲਾ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ। ਇਹ ਬੰਗਲਾ ਦੇ ਪ੍ਰਯੋਗ ਵਿੱਚ ਇੱਕ ਵੱਡੀ ਸਫਲਤਾ ਸੀ ਅਤੇ ਪੱਤਰਿਕਾ ਜਲਦੀ ਹੀ ਬਹੁਤ ਹਰਮਨ ਪਿਆਰੀ ਹੋ ਗਈ। ਸ਼ਦਮਨਾ ਹੇ ਟੇਕ ਚੰਦ ਠਾਕੁਰ ਨੇ ਲਿਖੇ ਗਏ ਉਹਨਾਂ ਦੇ ਨਾਵਲ ਆਲਾਲੇਰ ਤਰੇਰ ਦੁਲਾਲ ਵਿੱਚ ਸੌਖੀ ਬੰਗਾਲੀ ਗੱਦ ਦੀ ਵਰਤੋਂ ਕੀਤੀ ਗਈ, ਜੋ ਉਸ ਸਮੇਂ ਦੀ ਬੋਲਚਾਲ ਦੀ ਭਾਸ਼ਾ ਦੇ ਕਰੀਬ ਸੀ। ਇਸ ਦੀ ਲੋਕਪ੍ਰਿਯਤਾ ਇੰਨੀ ਜ਼ਿਆਦਾ ਸੀ ਕਿ ਇਸ ਦੀ ਭਾਸ਼ਾ ਸ਼ੈਲੀ ਨੂੰ ਅਲਾਲੀ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਪਿਆਰੀ ਚੰਦ ਮਿੱਤਰਾ ਜੀਵਨ ਦੇ ਅੰਤਮ ਸਮੇਂ ਤੱਕ ਭਾਰਤੀ ਸਮਾਜ ਦੀ ਭਲਾਈ ਲਈ ਕੰਮ ਕਰਦੇ ਰਹੇ। ਭਾਰਤ ਭੂਮੀ ਦੇ ਇਸ ਮਹਾਨ ਸਪੂਤ ਨੂੰ ਅਸੀਂ ਸਲਾਮ ਕਰਦੇ ਹਾਂ। ਕੇਂਦਰੀ ਵਿੱਤ ਮੰਤਰਾਲਾ ਨੇ ਸੂਬਾ ਸਰਕਾਰਾਂ ਨੂੰ ਟੈਕਸ ਵੰਡ ਦੀਆਂ 2 ਕਿਸ਼ਤਾਂ ਲਈ 95,082 ਕਰੋੜ ਰੁਪਏ ਜਾਰੀ ਕੀਤੇ ਨੇ। ਇਸ ਨਾਲ ਸੂਬਿਆਂ ਦੀ ਮਾਲੀ ਹਾਲਤ ਮਜ਼ਬੂਤ ਹੋਵੇਗੀ। ਮੰਤਰਾਲਾ ਦੇ ਇੱਕ ਪ੍ਰੈਸ ਬਿਆਨ ਮੁਤਾਬਿਕ ਇਸ ਵਿੱਚੋਂ ਪੰਜਾਬ ਨੂੰ 1,718 ਕਰੋੜ ਰੁਪਏ ਤੋਂ ਵੱਧ ਦੀ ਰਕਮ ਮਿਲੀ ਹੈ। ਚੇਤੇ ਰਹੇ ਕਿ ਇਸ ਬਾਰੇ ਬੀਤੇ 15 ਨਵੰਬਰ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੁੱਖ ਮੰਤਰੀਆਂ, ਸੂਬਿਆਂ ਦੇ ਖਜ਼ਾਨਾ ਮੰਤਰੀਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੈਫਟੀਨੈਂਟ ਗਵਰਨਰਾਂ ਨਾਲ ਇੱਕ ਵਰਚੁਅਲ ਮੀਟਿੰਗ ਕੀਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 3 ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਐਲਾਨ ਦੇ ਬਾਵਜੂਦ ਕੁਝ ਕਿਸਾਨ ਜਥੇਬੰਦੀਆਂ ਹਾਲੇ ਵੀ ਅੰਦੋਲਨ ਕਰ ਰਹੀਆਂ ਨੇ। ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਇਨ੍ਹਾਂ ਜਥੇਬੰਦੀਆਂ ਨੂੰ ਆਪਣਾ ਅੰਦੋਲਨ ਖਤਮ ਕਰਨ ਦੀ ਅਪੀਲ ਕਰ ਰਹੇ ਨੇ। ਪੇਸ਼ ਹੈ ਇੱਕ ਰਿਪੋਰਟ। ਪ੍ਰਧਾਨ ਮੰਤਰੀ ਵੱਲੋਂ ਖੇਤੀ ਕਾਨੂੰਨ ਖਤਮ ਕਰਨ ਦੇ ਫੈਸਲੇ ਮਗਰੋਂ ਛੋਟੇ ਕਿਸਾਨ ਬੇहद ਖੁਸ਼ ਨੇ।
ਮੈਂ ਕਿਸਾਨੀ ਕਰਦਾ, ਮੈਂ ਮੋਦੀ ਸਾਹਿਬ ਦਾ ਧੰਨਵਾਦ ਕਰਦਾ ਜਿਹੜਾ 3 ਕਿਲੋ ਮਾਸ ਲਏ ਨੇ ਕਿਸਾਨਾਂ ਲਈ। ਮੋਦੀ ਸਾਹਿਬ ਨੇ ਕਈ ਉਪਰਾਲੇ ਕੀਤੇ ਨੇ, ਜਿਵੇਂ 6000 ਰੁਪਈਆ ਹਰ ਕਿਸਾਨ ਦੇ ਖਾਤੇ 'ਚ ਆਉਂਦਾ ਆ। ਮੈਂ ਧੰਨਵਾਦ ਕਰਦਾ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ, ਜਿਨ੍ਹਾਂ ਨੇ ਖੇਤੀ ਕਾਨੂੰਨ ਵਾਪਸ ਲੈ ਕੇ ਇਹ ਸਾਰੇ ਹੀ ਮਸਲਿਆਂ ਦਾ ਹੱਲ ਕਰ ਦਿੱਤਾ ਹੈ। ਜਿਹੜੇ ਭਾਰਤ ਸਰਕਾਰ ਵੱਲੋਂ 3 ਖੇਤੀ ਕਾਨੂੰਨ ਵਾਪਸ ਲਏ ਗਏ ਆ, ਮੈਂ ਉਹਨਾਂ ਦਾ ਸਵਾਗਤ ਕਰਦਾ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਹੜੇ ਕਿਸਾਨਾਂ ਦੀਆਂ ਮੰਗਾਂ ਸੀ ਉਹ ਤਿੰਨੇ ਕਾਨੂੰਨ ਵਾਪਸ ਲੈ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਅਸੀਂ ਉਸ ਦਾ ਸਵਾਗਤ ਕਰਦੇ ਹਾਂ। ਹੁਣ ਇਹ ਕਿਸਾਨ ਹਾਲੇ ਵੀ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਘਰੋਂ ਘਰੀ ਪਰਤਣ ਦੀ ਅਪੀਲ ਕਰਦੇ ਨੇ। ਪਰ ਹੁਣ ਜਦ ਆਪਣਾ ਮਸਲਾ ਹੱਲ ਹੋ ਗਿਆ ਹੈ ਤੇ ਮੈਂ ਆਨਾ ਵੀ ਹੁਣ ਸਾਰਿਆਂ ਨੂੰ ਵਾਪਸ ਆਉਣਾ ਚਾਹੀਦਾ। ਬੱਚੇ ਬਜ਼ੁਰਗ ਉੱਥੇ ਸਾਰੇ ਪਰੇਸ਼ਾਨ, ਠੰਡ ਦਾ ਮਾਹੌਲ ਆ ਗਿਆ ਹੈ। ਹੁਣ ਮੈਂ ਕਿਸਾਨ ਜਥੇਬੰਦੀਆਂ ਦੇ ਜਿਹੜੇ ਪ੍ਰਧਾਨ ਹੈ ਉਹਨਾਂ ਨੂੰ ਵੀ ਅਪੀਲ ਕਰਦਾ ਵੀ ਬੱਚੇ ਬਜ਼ੁਰਗ ਸਾਰੇ ਭਰਾਵਾਂ ਨੂੰ ਵਾਪਸੀ ਆਉਣ, ਆਪੋ ਆਪਣਾ ਕੰਮ ਕਰਨ। ਜਿਹੜੇ ਅੰਦੋਲਨ ਵਿੱਚ ਇਸ ਟਾਈਮ ਜਿੰਨੇ ਵੀ ਕਿਸਾਨ ਵੀਰ, ਜਿੰਨੀਆਂ ਜਥੇਬੰਦੀਆਂ ਬੈਠੀਆਂ ਹਨ, ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹ ਵੀ ਇਸ ਠੰਡ ਦੇ ਮੌਸਮ ਦੇ ਵਿੱਚ ਜਿਹੜੇ ਬਜ਼ੁਰਗ, ਬੱਚੇ, ਮਾਤਾਵਾਂ, ਭੈਣਾਂ ਬੈਠੀਆਂ ਹੋਈਆਂ ਹਨ, ਉਹਨਾਂ ਨੂੰ ਵੀ ਆਗਿਆ ਦੇ ਕੇ ਆਪਣੇ ਆਪਣੇ ਘਰਾਂ ਨੂੰ ਵਾਪਸ ਭੇਜਣ, ਜੋ ਕਿ ਆਪਣੇ ਕੰਮਾਂ ਧੰਦਿਆਂ ਤੇ ਲੱਗਣ। ਦੇਸ਼ ਦਾ ਪ੍ਰਧਾਨ ਮੰਤਰੀ ਹੈ, ਜ਼ਿੰਮੇਵਾਰ ਇਹ ਵਾਸਤੇ ਆਪਾਂ ਨੂੰ ਉਹ ਸੰਘਰਸ਼ ਛੱਡ ਕੇ ਘਰੋਂ ਘਰ ਜਾਣ ਕੇ ਆਪਣੇ ਕੰਮ ਧੰਦੇ ਸੰਭਾਲਣੇ ਚਾਹੀਦੇ ਆ ਤੇ ਦੇਸ਼ ਦੀ ਤਰੱਕੀ ਵਾਸਤੇ ਚੰਗਾ ਯੋਗਦਾਨ ਇਹੋ ਹੀ ਆ ਕਿ ਇਹ ਸੰਘਰਸ਼ ਨੂੰ ਸਮਾਪਤ ਕਰ ਦਿੱਤਾ ਜਾਵੇ। ਹੁਣ ਕਾਨੂੰਨ ਵਾਪਸ ਹੋ ਗਏ ਹੈ, ਇਸ ਕਰਕੇ ਆਪਾਂ ਸਾਰੇ ਆਪਣੇ ਘਰਾਂ ਨੂੰ ਵਾਪਸ ਆ ਜਾਈਏ, ਆਪਣੀ ਖੇਤੀ ਨੂੰ ਸੰਭਾਲੀਏ, ਆਪਣੇ ਘਰ ਪਰਿਵਾਰ ਨੂੰ ਸੰਭਾਲੀਏ ਤੇ ਦੇਸ਼ ਦੀ ਤਰੱਕੀ ਦੇ ਵਿੱਚ ਬਹੁਤ ਹੀ ਅਸੀਂ ਅੰਨਦਾਤਾ ਹੋਣ ਦੇ ਨਾਤੇ ਰੋਲ ਨਿਭਾਇਆ ਹੈ ਤੇ ਅਸੀਂ ਉਸ ਰੋਲ ਨੂੰ ਬਾਖੂਬੀ ਨਿਭਾਉਂਦੇ ਰਹਾਂਗੇ। ਯਕੀਨਨ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਦੇ ਐਲਾਨ ਤੇ ਭਰੋਸਾ ਕਰਦਿਆਂ ਆਪਣਾ ਅੰਦੋਲਨ ਖਤਮ ਕਰਕੇ ਇਹਨਾਂ ਕਿਸਾਨ ਭਰਾਵਾਂ ਦੀ ਸਲਾਹ ਜ਼ਰੂਰ ਮੰਨਣੀ ਚਾਹੀਦੀ ਹੈ। ਤਰਨਤਾਰਨ ਤੋਂ ਅਮਿਤ, ਮੁਹਾਲੀ ਤੋਂ ਮਨੋਜ ਤੇ ਜਲੰਧਰ ਤੋਂ ਸੁਤੰਤਰ ਦੇ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ, ਦੂਰਦਰਸ਼ਨ ਸਮਾਚਾਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਪਟਿਆਲਾ ਤੋਂ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਹੋਰ ਮੰਗਾਂ ਨੂੰ ਵੀ ਮੰਨ ਲੈਣਾ ਚਾਹੀਦਾ ਹੈ ਅਤੇ MSP ਵੀ ਤੈਅ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਸੰਪੂਰਨ ਕਿਸਾਨ ਕਰਜ਼ਾ ਮੁਆਫੀ ਬਾਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਦੀ ਮੀਟਿੰਗ ਵਿੱਚ ਇਸ ਮੁੱਦੇ ਨੂੰ ਠੁਕਰਾ ਕੇ ਕਿਸਾਨ ਵਿਰੋਧੀ ਸਰਕਾਰ ਹੋਣ ਦਾ ਸਬੂਤ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਨਵੰਬਰ ਨੂੰ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਪ੍ਰੋਗਰਾਮ ਦੀ 83ਵੀਂ ਲੜੀ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ ਹੈ। ਇੱਕ ਟਵੀਟ ਵਿੱਚ ਉਨ੍ਹਾਂ ਕਿਹਾ ਕਿ ਲੋਕ ਆਪਣੇ ਸੁਨੇਹੇ ਮਾਈਗੋਵ ਅਤੇ ਨਮੋ ਐਪ ਤੇ ਰਿਕਾਰਡ ਕਰਵਾ ਸਕਦੇ ਨੇ। ਇਸ ਤੋਂ ਇਲਾਵਾ ਟੋਲ ਫ੍ਰੀ ਨੰਬਰ 1800117800 ਤੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਆਪਣੇ ਸੁਨੇਹੇ ਰਿਕਾਰਡ ਕਰਵਾ ਸਕਦੇ ਨੇ। ਫੋਨ ਲਾਈਨਾਂ 26 ਨਵੰਬਰ ਤੱਕ ਖੁੱਲ੍ਹੀਆਂ ਰਹਿਣਗੀਆਂ। ਕੁਝ ਰਿਕਾਰਡਡ ਸੁਨੇਹਿਆਂ ਨੂੰ ਪ੍ਰਸਾਰਿਤ ਵੀ ਕੀਤਾ ਜਾ ਸਕਦਾ ਹੈ। ਲੋਕ 1922 ਤੇ ਮਿਸਡ ਕਾਲ ਦੇ ਕੇ ਹਾਸਲ ਲਿੰਕ ਰਾਹੀਂ ਆਪਣੇ ਸੁਝਾਅ ਭੇਜ ਸਕਦੇ ਨੇ। ਦੇਸ਼ ਵਿੱਚ ਹੁਣ ਤੱਕ 117 ਕਰੋੜ 63 ਲੱਖ ਤੋਂ ਵੱਧ ਕੋਵਿਡ ਰੋਕੂ ਟੀਕੇ ਲਗਾਏ ਜਾ ਚੁੱਕੇ ਨੇ। ਕੇਂਦਰੀ ਸਿਹਤ ਮੰਤਰਾਲਾ ਮੁਤਾਬਿਕ ਪਿਛਲੇ 24 ਘੰਟਿਆਂ ਦੌਰਾਨ 71,92,000 ਤੋਂ ਵੱਧ ਟੀਕੇ ਲਗਾਏ ਗਏ। ਇਸ ਵੇਲੇ ਸਿਹਤਯਾਬੀ ਦੀ ਦਰ 98.32% ਹੈ। ਮੰਤਰਾਲਾ ਮੁਤਾਬਿਕ 63 ਕਰੋੜ 34 ਲੱਖ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ, Facebook ਪੇਜ ਅਤੇ Twitter ਹੈਂਡਲ ਤੇ ਵੀ ਵੇਖ ਸਕਦੇ ਨੇ। ਤੇ ਬੁਲੇਟਿਨ ਦੇ ਅਖੀਰ ਵਿੱਚ ਚੁਣਵੀਆਂ ਖਬਰਾਂ ਇੱਕ ਵਾਰ ਫਿਰ ਤੋਂ। ਕਾਂਗਰਸ MP ਮਨੀਸ਼ ਤਿਵਾੜੀ ਨੇ ਅੰਦਰੂਨੀ ਸੁਰੱਖਿਆ ਬਾਰੇ ਆਪਣੀ ਹੀ ਪਾਰਟੀ ਤੇ ਚੁੱਕੇ ਸਵਾਲ। ਕਿਹਾ 26/11 ਹਮਲੇ ਮਗਰੋਂ ਉਦੋਂ ਦੀ ਸਰਕਾਰ ਨੇ ਨਹੀਂ ਕੀਤੀ ਸਖਤ ਕਾਰਵਾਈ। ਕੇਂਦਰੀ ਖਾਦ ਮੰਤਰੀ ਮਨਸੁਖ ਮਾਂਡਵੀਆ ਮੁਤਾਬਿਕ ਦੇਸ਼ ਵਿੱਚ ਕਿਤੇ ਵੀ ਖਾਦ ਦੀ ਕੋਈ ਘਾਟ ਨਹੀਂ। ਕੇਂਦਰੀ ਵਿੱਤ ਮੰਤਰਾਲਾ ਨੇ ਟੈਕਸ ਵੰਡ ਦੀ ਕਿਸ਼ਤ ਵਜੋਂ ਪੰਜਾਬ ਨੂੰ ਜਾਰੀ ਕੀਤੀ 1718 ਕਰੋੜ ਰੁਪਏ ਤੋਂ ਵੱਧ ਦੀ ਰਕਮ। ਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਅੰਦੋਲਨ ਖਤਮ ਕਰਕੇ ਘਰ ਪਰਤਣ ਦੀ ਕੀਤੀ ਅਪੀਲ। ਤੇ ਇਸ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਆਗਿਆ ਦਿਓ, ਨਮਸਕਾਰ।